ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 339 ਤੋਂ ਲੈ ਕੇ 341 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਕਬੀਰ ਜੀ ਦੀ ਬਾਣੀ ਚੱਲ ਰਹੀ ਹੈ, ਬਹੁਤ ਹੀ ਪਿਆਰੀ ਹੈ, ਬਹੁਤ ਹੀ ਉੱਚੇ ਮੰਡਲਾਂ ਦੀਆਂ ਗੱਲਾਂ ਸਮਝਾ ਰਹੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਆਓ ਜੀ ਆਪਾਂ ਗੁਰਬਾਣੀ ਦੀ ਲੜੀ ਦੇ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਗੌੜੀ ਮਾਈ ਮੋਹੇ ਅਵਰ ਨ ਜਾਣਿਓ, ਆਨਾਨਾ ਸਿਵ ਸਨਕਾਦ ਜਾਸ ਗੁਣ ਗਾਵੈ, ਤਾਸ ਬਸੈ ਮੋਰੇ ਪ੍ਰਾਨਨ ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ, ਇਹ ਮੇਰੀ ਮਾਂ, ਕਹਿੰਦੇ ਮੈਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦਾ। ਮੈਂ ਤਾਂ ਕਹਿੰਦੇ ਜਿਹਦਾ ਜਸ ਬ੍ਰਹਮਾ ਦੇ ਚਾਰੇ ਪੁੱਤਰ ਸਿਵ ਸਨਕਾਦਿਕ ਸਾਰੇ ਉਹ ਜਿਹਦਾ ਜਸ ਗਾਉਂਦੇ ਨੇ, ਉਸ ਪਰਮਾਤਮਾ ਦਾ ਉਹੀ ਮੇਰੇ ਪ੍ਰਾਣਾਂ ਵਿੱਚ ਵਸਦਾ ਹੈ। ਰਹਾਓ। ਹਿਰਦੇ ਪ੍ਰਗਾਸ ਗਿਆਨ ਗੁਰ ਗੰਮਤ, ਗਗਨ ਮੰਡਲ ਮਹਿ ਧਿਆਨਾ ਨਾ। ਕਹਿੰਦੇ ਮੇਰੇ ਹਿਰਦੇ ਦੇ ਵਿੱਚ ਕਹਿੰਦੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਨਾਲ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਫਿਰ ਕਹਿੰਦੇ ਮੇਰਾ ਹੁਣ ਜਿਹੜਾ ਧਿਆਨ ਹੈ ਉਹ ਉੱਚੇ ਮੰਡਲਾਂ ਵਿੱਚ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਵਿਖੇ ਰੋਗ ਪੈ ਬੰਧਨ ਭਾਗੈ, ਮਨ ਨਿਜ ਕਰ ਸੁਖ ਜਾਨਾ ਨਾ। ਕਹਿੰਦੇ ਹੁਣ ਕੀ ਹੋ ਗਿਆ, ਸਾਰੇ ਕਹਿੰਦੇ ਜਿਹੜੇ ਵਿਕਾਰਾਂ ਵਾਲੇ ਰੋਗ ਨੇ, ਸਾਰੇ ਡਰ, ਕਹਿੰਦੇ ਸਾਰੇ ਬੰਧਨ ਨੇ, ਕਹਿੰਦੇ ਜਿਹੜੇ ਮਾਇਆ ਦੇ, ਸਾਰੇ ਮੇਰੇ ਅੰਦਰੋਂ ਭੱਜ ਗਏ ਨੇ। ਕਹਿੰਦੇ ਹੁਣ ਮੈਂ ਨਿਜ ਦੇ ਘਰ ਵਿੱਚ ਸੁੱਖ ਆਰਾਮ ਨਾਲ ਟਿਕ ਗਿਆ ਹਾਂ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੇ ਨ ਆਨਾ ਨਾ। ਕਹਿੰਦੇ ਹੁਣ ਜਿਹੜੀ ਮੇਰੀ ਹੈਗੀ ਆ ਮੱਤ, ਉਹ ਇੱਕ ਪਰਮਾਤਮਾ ਦੇ ਵਿੱਚ ਲੱਗ ਗਈ ਆ। ਕਹਿੰਦੇ ਜਿੱਦਾਂ ਪਰਮਾਤਮਾ ਦੇ ਵਿੱਚ ਮੈਂ ਹੁਣ ਅਭੇਦਤਾ ਹੋ ਗਈ ਆ। ਕਹਿੰਦੇ ਹੁਣ ਮੇਰਾ ਮਨ ਪਰਮਾਤਮਾ ਨੂੰ ਮੰਨ ਗਿਆ ਅਤੇ ਹੋਰ ਕਿਸੇ ਪਾਸੇ ਨਹੀਂ ਜਾਂਦਾ, ਵੀ ਪਰਮਾਤਮਾ ਦਾ ਮੈਂ ਅਨੁਭਵ ਕਰ ਲਿਆ। ਚੰਦਨ ਬਾਸ ਭਏ ਮਨ ਬਾਸਨ, ਤਿਆਗ ਘਟਿਓ ਅਭਿਮਾਨਾ ਨਾ। ਕਹਿੰਦੇ ਹੁਣ ਮੇਰੇ ਮਨ ਦੇ ਵਿੱਚੋਂ ਹੰਕਾਰ ਚਲੇ ਗਿਆ। ਜਿਸ ਤਰ੍ਹਾਂ ਕਹਿੰਦੇ ਵੀ ਚੰਦਨ ਦੀ ਹੁਣ ਸੁਗੰਧੀ ਮੇਰੇ ਮਨ 'ਚ ਵਸ ਗਈ ਆ। ਜਦੋਂ ਪਰਮਾਤਮਾ ਦੇ ਚਰਨਾਂ 'ਚ ਕਹਿੰਦੇ ਮੇਰਾ ਹਿਰਦੇ ਟਿਕ ਗਿਆ, ਮੇਰੇ ਮਨ ਦੇ ਵਿੱਚ ਕਹਿੰਦੇ ਹੁਣ ਜਿਵੇਂ ਚੰਦਨ ਦੀ ਸੁਗੰਧੀ ਵਸ ਗਈ ਆ ਅਤੇ ਮੇਰੇ ਮਨ ਦੇ ਵਿੱਚੋਂ ਹੁਣ ਹੰਕਾਰ ਖਤਮ ਹੋ ਗਿਆ। ਜੋ ਜਨ ਗਾਏ ਤੇ ਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ। ਕਹਿੰਦੇ ਜਿਹੜਾ ਜੀਵ ਪਰਮਾਤਮਾ ਦਾ ਧਿਆਨ ਧਰਦਾ, ਉਹਦੇ ਗੁਣ ਗਾਉਂਦਾ, ਕਹਿੰਦੇ ਉਹਦੇ ਹਿਰਦੇ ਵਿੱਚ ਹੀ ਪਰਮਾਤਮਾ ਆ ਵਸਦਾ। ਤਿਹ ਵੱਡ ਭਾਗ ਵਸਿਓ ਮਨ ਜਾ ਕੈ, ਕਰਮ ਪ੍ਰਦਾਨ ਮਥਾਨਾ ਨਾ। ਕਹਿੰਦੇ ਜਿਹਦੇ ਹਿਰਦੇ ਵਿੱਚ ਉਹ ਵਸ ਜਾਂਦਾ, ਉਹਦੇ ਤਾਂ ਵੱਡੇ ਭਾਗ ਨੇ। ਕਹਿੰਦੇ ਉਹਦੇ ਤਾਂ ਕਹਿੰਦੇ ਮੱਥੇ ਦੇ ਲੇਖ ਉੱਗੜ ਆਉਂਦੇ ਨੇ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ। ਕਾਟ ਸਕਤ ਸਿਵ ਸਹਿਜ ਪ੍ਰਗਾਸਿਓ, ਏਕੈ ਏਕ ਸਮਾਨਾ ਨਾ। ਕਹਿੰਦੇ ਹੁਣ ਜਿਹੜਾ ਮਾਇਆ ਦਾ ਪ੍ਰਭਾਵ ਆ ਮੇਰੇ ਅੰਦਰੋਂ ਖਤਮ ਹੋ ਗਿਆ ਅਤੇ ਕਹਿੰਦੇ ਅਡੋਲਤਾ ਆ ਗਈ ਆ, ਪਰਮਾਤਮਾ ਦੇ ਚਾਨਣ ਦਾ ਪ੍ਰਕਾਸ਼ ਹੋ ਗਿਆ। ਕਹਿੰਦੇ ਹੋਰ ਮੈਨੂੰ ਸਭ ਕੁਛ ਕਹਿੰਦੇ ਉਹ ਪਰਮਾਤਮਾ ਹੀ ਦਿਸ ਰਿਹਾ, ਸਾਰੇ ਪਾਸੇ ਸਮਾਨ ਦਿਸ ਰਿਹਾ। ਏਕੇ ਏਕ ਸਮਾਨਾ ਨਾ, ਮੇਰੇ ਅੰਦਰ ਕਹਿੰਦੇ ਉਹ ਇੱਕ ਹੀ ਹੁਣ ਸਮਾ ਗਿਆ। ਕਹੇ ਕਬੀਰ ਗੁਰ ਭੇਟ ਮਹਾ ਸੁਖ, ਭ੍ਰਮਤ ਰਹੇ ਮਨ ਮਾਨਾ ਨਾ। ਕਹਿੰਦੇ ਹੁਣ ਗੁਰੂ ਦੇ ਨਾਲ ਮਿਲਾਪ ਹੋਣ ਤੋਂ ਬਾਅਦ ਮੈਨੂੰ ਬਹੁਤ ਵੱਡਾ ਸੁੱਖ ਆਨੰਦ ਮਿਲ ਗਿਆ। ਕਹਿੰਦੇ ਜਿਹੜਾ ਹੁਣ ਮੇਰਾ ਮਨ ਕਹਿੰਦੇ ਕਿਤੇ ਹੁਣ ਚੰਚਲ ਨਹੀਂ ਹੁੰਦਾ, ਮੇਰਾ ਮਨ ਪਰਮਾਤਮਾ 'ਚ ਪਤੀਜ ਗਿਆ। ਰਾਗ ਗੌੜੀ ਪੂਰਬੀ 52 ਅੱਖਰੀ, ਕਬੀਰ ਜੀਓ ਕੀ ਇੱਕ ਓਂਕਾਰ, ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਉਹ ਪਰਮਾਤਮਾ ਜੋ ਇੱਕ ਹੈ, ਜੋ ਸੱਚਾ ਹੈ, ਅਟੱਲ ਹੈ, ਜੋ ਸੰਸਾਰ ਨੂੰ ਬਣਾਉਣ ਵਾਲਾ ਹੈ, ਜੋ
ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। 52 ਅਛਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ। ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ ਇਨ ਮੈਂ ਨਾਹੇ। ਕਹਿੰਦੇ ਜਿਸ ਤਰ੍ਹਾਂ ਕਿਸੇ ਲਿਪੀ ਦੇ 52 ਅੱਖਰ ਨੇ, ਉਹਨਾਂ 52 ਅੱਖਰਾਂ ਦੇ ਨਾਲ ਹੀ ਜਿਹੜੀ ਤਿੰਨੇ ਲੋਕ ਨੇ, ਜਗਤ ਆ, ਇਹਦੇ 'ਚ ਜੋ ਕੁਛ ਵੀ ਵਰਤਾਰਾ ਹੋ ਰਿਹਾ ਉਹਨਾਂ ਅੱਖਰਾਂ ਰਾਹੀਂ ਵਰਣਨ ਹੋ ਜਾਂਦਾ। ਪਰ ਕਹਿੰਦੇ ਇਹਨਾਂ ਅੱਖਰਾਂ ਦੇ ਵਿੱਚ ਉਹ ਅੱਖਰ ਨਹੀਂ ਹੈ ਜਿਹੜੇ ਅੱਖਰਾਂ ਦੇ ਨਾਲ ਅਸੀਂ ਪਰਮਾਤਮਾ ਬਾਰੇ ਲਿਖ ਸਕੀਏ, ਪਰਮਾਤਮਾ ਦੇ ਸਰੂਪ ਨੂੰ ਬਿਆਨ ਕਰ ਸਕੀਏ। ਉਹ ਅੱਖਰ ਇਹਨਾਂ ਅੱਖਰਾਂ 'ਚ ਹੈ ਨਹੀਂ ਗਾ। ਕਹਿੰਦੇ ਮਤਲਬ ਵੀ ਉਹ ਇਹ ਅੱਖਰ ਉਹਦਾ ਬਿਆਨ ਕਰ ਨਹੀਂ ਸਕਦੇ। ਜਹਾਂ ਬੋਲਤ ਹੈ ਅਛਰ ਆਵਾ ਜਹੇ ਅਬੋਲਤ ਹੈ ਮਨ ਨਾ ਰਹਾਵਾ। ਕਹਿੰਦੇ ਜਿੱਥੇ ਆਪਾਂ ਬੋਲ ਕੇ ਦੱਸ ਸਕੀਏ, ਕਿਸੇ ਚੀਜ਼ ਨੂੰ ਬਿਆਨ ਕਰ ਸਕੀਏ, ਉਹ ਆਪਾਂ ਅੱਖਰਾਂ ਨਾਲ ਲਿਖ ਸਕਦੇ ਹਾਂ। ਪਰ ਜਿੱਥੇ ਕਹਿੰਦੇ ਮਨ ਹੀ ਨਹੀਂ ਰਹਿੰਦਾ, ਜਿਸ ਅਵਸਥਾ 'ਤੇ ਜਾ ਕੇ ਅਸੀਂ ਬੋਲਣ ਜੋਗੇ ਹੀ ਨਹੀਂ ਰਹਿੰਦੇ, ਮਤਲਬ ਜਦੋਂ ਪਰਮਾਤਮਾ ਦਾ ਜਿਹੜਾ ਅਨੁਭਵ ਹੈਗਾ ਉਹ ਕਿਸੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅੱਖਰਾਂ 'ਚ ਨਹੀਂ ਆ ਸਕਦਾ। ਕਹਿੰਦੇ ਜਿੱਥੇ ਫਿਰ ਬੋਲ ਨਹੀਂ ਰਹਿੰਦੇ ਹੈਗੇ, ਦੱਸ ਨਾ ਸਕਣ ਵਾਲੇ, ਉੱਥੇ ਮਨ ਹੀ ਨਹੀਂ ਰਹਿੰਦਾ। ਕਹਿੰਦੇ ਮਨ ਹੀ ਖਤਮ ਹੋ ਜਾਂਦਾ ਉਸ ਅਵਸਥਾ 'ਚ ਜਾ ਕੇ, ਕਿਉਂਕਿ ਮਨ ਹੀ ਤਾਂ ਚੰਚਲ ਆ। ਉੱਥੇ ਮਨ ਹੀ ਖਤਮ ਹੋ ਗਿਆ, ਮਨ ਸਥਿਰ ਹੋ ਗਿਆ। ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨ ਕੋਈ। ਕਹਿੰਦੇ ਜਿੱਥੇ ਆਪਾਂ ਬੋਲ ਕੇ ਕੋਈ ਚੀਜ਼ ਬਿਆਨ ਕਰ ਸਕਦੇ ਹਾਂ ਅਤੇ ਜਿੱਥੇ ਉਹ ਪਰਮਾਤਮਾ ਨੂੰ ਬੋਲ ਕੇ ਬਿਆਨ ਨਹੀਂ ਕਰ ਸਕਦੇ, ਹਰ ਇੱਕ ਜਗ੍ਹਾ ਉਹ ਆਪ ਹੀ ਵਸਦਾ। ਕਹਿੰਦੇ ਜੈਸਾ ਉਹ ਪਰਮਾਤਮਾ ਹੈ ਉਹਨੂੰ ਅਸੀਂ ਉਸ ਤਰ੍ਹਾਂ ਦਾ ਬਿਆਨ ਨਹੀਂ ਕਰ ਸਕਦੇ। ਜਿਸ ਤਰ੍ਹਾਂ ਦਾ ਉਹਦਾ ਅਸਲ ਸਰੂਪ ਹੈ ਉਸ ਤਰ੍ਹਾਂ ਦਾ ਅਸੀਂ ਉਹਨੂੰ ਦੇਖ ਕੇ ਬਿਆਨ ਨਹੀਂ ਕਰ ਸਕਦੇ। ਅੱਲਾ ਲਹੋ ਤੋ ਕਿਆ ਕਹੋ ਕਹੋ ਤਕੋ ਉਪਕਾਰ। ਬਟਕ ਬੀਜ ਮੈਂ ਰਵ ਰਹਿਓ ਜਾ ਕੋ ਤੀਨ ਲੋਕ ਵਿਸਥਾਰ। ਕਹਿੰਦੇ ਜੇ ਮੈਂ ਪਰਮਾਤਮਾ ਨੂੰ ਅਨੁਭਵ ਕਰ ਲਿਆ ਤਾਂ ਕਹਿੰਦੇ ਵੀ ਮੈਂ ਉਹ ਬਿਆਨ ਨਹੀਂ ਕਰ ਸਕਦਾ। ਜੇ ਕਹਿੰਦੇ ਮੈਂ ਬਿਆਨ ਕਰ ਵੀ ਦੇਵਾਂ ਤਾਂ ਵੀ ਫਿਰ ਕਿਸੇ ਦੀ ਕੀ ਕਿਸੇ ਦਾ ਭਲਾਈ ਇਹਦੇ ਵਿੱਚ ਕੀ ਹੋਣੀ ਹੈ, ਕੋਈ ਉਪਕਾਰ ਨਹੀਂ ਮੈਂ ਕਰ ਸਕਣਾ। ਕਿਉਂਕਿ ਜਦ ਤੱਕ ਕੋਈ ਜੀਵ ਉਸ ਚੀਜ਼ ਨੂੰ ਅਨੁਭਵ ਆਪ ਨਹੀਂ ਕਰ ਸਕਦਾ ਤਾਂ ਉਹਨੂੰ ਉਹਦਾ ਲਾਭ ਹੋ ਨਹੀਂ ਸਕਦਾ। ਜਿਹਨੇ ਹੁਣ ਰੋਟੀ ਖਾਧੀ ਆ, ਢਿੱਡ ਦੀ ਭੁੱਖ ਤਾਂ ਉਹਦੀ ਮਰਨੀ ਆ ਨਾ, ਦੂਜੇ ਦੀ ਥੋੜ੍ਹਾ ਮਰਨੀ ਦੱਸਿਆ ਕਿ ਵੀ ਮੈਂ ਖਾ ਲਈ ਆ। ਫਿਰ ਕਹਿੰਦੇ ਜਿਹੜਾ ਹੁੰਦਾ ਪਿੱਪਲ ਬੋਹੜ, ਕਹਿੰਦੇ ਜਿਹੜਾ ਵੀ ਉਹਦਾ ਬੀਜ ਹੈਗਾ ਉਹਦੇ ਵਿੱਚ ਬੋਹੜ ਆ, ਬੋਹੜ ਦੇ ਵਿੱਚ ਬੀਜ ਆ, ਬੀਜ ਦੇ ਵਿੱਚ ਪੂਰਾ ਦਰੱਖਤ ਆ, ਕਿਉਂਕਿ ਉਹਦੇ 'ਚੋਂ ਆ ਜਾਣਾ ਬਾਹਰ ਨਿਕਲਣਾ ਜਦੋਂ ਉੱਗਣਾ। ਇਵੇਂ ਕਿ ਜਦੋਂ ਉਹਦੇ ਦਰੱਖਤ ਦੇ ਵਿੱਚ ਬੀਜ ਆ, ਕਹਿੰਦੇ ਦੋਨੋਂ ਇੱਕ ਦੂਜੇ ਦੇ ਵਿੱਚ ਨੇ। ਇਸ ਤਰ੍ਹਾਂ ਹੀ ਕਹਿੰਦੇ ਉਹ ਪਰਮਾਤਮਾ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਉਹਦਾ ਵਿਸਥਾਰ ਆ, ਤਿੰਨਾਂ ਲੋਕਾਂ ਦੇ ਵਿੱਚ ਹੀ ਉਹ ਆਪ ਸਮਾਇਆ ਹੋਇਆ। ਜਿਵੇਂ ਬੋਹੜ ਦਾ ਬੀਜ ਬੋਹੜ ਵਿੱਚ ਹੁੰਦਾ, ਬੋਹੜ ਦੇ ਵਿੱਚ ਉਹਦਾ ਬੀਜ ਹੁੰਦਾ, ਦੋਨੋਂ ਇੱਕ ਦੂਜੇ 'ਚ ਹੁੰਦੇ ਨੇ। ਇਸ ਤਰ੍ਹਾਂ ਹੀ ਪਰਮਾਤਮਾ ਤਿੰਨਾਂ ਲੋਕਾਂ 'ਚ ਸਮਾਇਆ ਹੋਇਆ। ਅੱਲਾ ਲਹੰਤਾ ਭੇਦ ਸ਼ੈ ਕਛ ਕਛ ਪਾਇਓ ਭੇਦ। ਉਲਟ ਭੇਦ ਮਨ ਬੇਦਿਓ ਪਾਇਓ ਅਪੰਗ ਅਛੇਦ। ਕਹਿੰਦੇ ਪਰਮਾਤਮਾ ਦਾ ਨਾਂ ਜਪਦਿਆਂ ਪਰਮਾਤਮਾ ਬਾਰੇ ਕੁਛ ਭੇਦ ਮੈਨੂੰ, ਕਹਿੰਦੇ ਉਹਦੀ ਜਿਹੜਾ ਰਾਜ ਆ ਕੁਛ ਪਤਾ ਲੱਗਿਆ। ਕਹਿੰਦੇ ਹੁਣ ਜਿਹੜਾ ਮੇਰਾ ਮਨ ਆ, ਕਹਿੰਦੇ ਸੰਸਾਰ ਵੱਲੋਂ ਉਲਟ ਕੇ ਉਸ ਪਰਮਾਤਮਾ ਦੇ ਨਾਲ ਭਿੱਜ ਗਿਆ। ਕਹਿੰਦੇ ਉਹ ਪਰਮਾਤਮਾ ਦੇ ਨਾਲ ਜਦੋਂ ਭਿੱਜ ਗਿਆ, ਕਹਿੰਦੇ ਫਿਰ ਮੈਨੂੰ ਉਹਦਾ ਕੁਛ ਉਸ ਪਰਮਾਤਮਾ ਦਾ ਜੋ ਅਵਿਨਾਸ਼ੀ ਹੈ, ਜੋ ਅਛੇਦ ਹੈ, ਕਹਿੰਦੇ ਉਹਦਾ ਮੈਨੂੰ ਕੁਛ ਰਾਜ ਪਤਾ ਲੱਗਿਆ। ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ।
ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ। ਕਹਿੰਦੇ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਦੇ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਜਿੱਦਾਂ ਜਿਹੜੇ ਹੈਗੇ ਨੇ ਫਕੀਰ ਉਹਨਾਂ ਨੇ 4 ਦਰਜੇ ਮਤਲਬ ਮੰਨੇ ਨੇ। ਤਰੀਕਤ ਉਹਦੇ 'ਚ ਦੂਜਾ ਦਰਜਾ ਉਸ ਮਤਲਬ ਫਕੀਰੀ ਦਾ ਵੀ ਪਰਮਾਤਮਾ ਨੂੰ ਪਹੁੰਚਣ ਲਈ ਉਹਨਾਂ ਨੇ 4 ਮਤਲਬ ਅਵਸਥਾਵਾਂ ਮੰਨੀਆਂ ਨੇ। ਦੂਜੀ ਅਵਸਥਾ ਜਿਹਦੇ ਵਿੱਚ ਹਿਰਦੇ ਨੂੰ ਪਵਿੱਤਰ ਕਰਨਾ ਹੁੰਦਾ। ਕਹਿੰਦੇ ਵੀ ਜਿਹੜੇ ਮੁਸਲਮਾਨ ਵੀਰ ਨੇ ਉਹ ਇਸ ਤਰੀਕਤ ਵਿੱਚ ਲੱਗੇ ਹੋਏ ਨੇ। ਜਿਹੜੇ ਹਿੰਦੂ ਵੀਰ ਨੇ ਉਹ ਵੇਦ ਪੁਰਾਣ ਕਹਿੰਦੇ ਪੜ੍ਹਦੇ ਨੇ। ਫਿਰ ਕਹਿੰਦੇ ਮਨ ਨੂੰ ਸਮਝਾਉਣ ਦੇ ਲਈ ਕੁਛ ਗਿਆਨ ਪ੍ਰਾਪਤ ਕਰਨ ਦੇ ਲਈ ਆਪਣੇ ਧਾਰਮਿਕ ਗ੍ਰੰਥ ਪੜ੍ਹਨੇ ਵੀ ਜ਼ਰੂਰੀ ਨੇ ਕੁਛ ਹੱਦ ਤੱਕ। ਮਤਲਬ ਇਹ ਨਹੀਂ ਹੈਗਾ ਕਿ ਵੀ ਸਿਰਫ ਉਹ ਪੜ੍ਹਿਆ ਹੀ ਪਰਮਾਤਮਾ ਮਿਲ ਜਾਣਾ। ਉਹ ਸਾਨੂੰ ਸੇਧ ਦਿੰਦੇ ਨੇ ਕਿ ਪਰਮਾਤਮਾ ਕਿਵੇਂ ਮਿਲ ਸਕਦਾ। ਓਂਕਾਰ ਆਦਿ ਮੈਂ ਜਾਨਾ, ਲਿਖ ਅਰ ਮੇਟੇ ਤਾਹੇ ਨ ਮਾਨਾ। ਕਹਿੰਦੇ ਵੀ ਉਹ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਪਸਰਿਆ ਹੋਇਆ, ਜੋ ਅਵਿਨਾਸ਼ੀ ਹੈ, ਕਹਿੰਦੇ ਉਹਦੇ ਨਾਲ ਮੇਰੀ ਜਾਣ ਪਹਿਚਾਣ ਹੋ ਗਈ। ਫਿਰ ਕਹਿੰਦੇ ਵੀ ਉਹ ਪਰ ਜੀਵ ਜਿਹਨੂੰ ਉਹ ਪੈਦਾ ਕਰਦਾ ਅਤੇ ਜਿਹਨੂੰ ਉਹ ਖਤਮ ਕਰ ਦਿੰਦਾ, ਕਹਿੰਦੇ ਵੀ ਮੈਂ ਉਹਨੂੰ ਨਹੀਂ ਮੰਨਦਾ ਹੈਗਾ, ਮੈਂ ਪਰਮਾਤਮਾ ਨੂੰ ਮੰਨਦਾ। ਓਂਕਾਰ ਲਖੇ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਕਹਿੰਦੇ ਵੀ ਜਦੋਂ ਕੋਈ ਉਹ ਪਰਮਾਤਮਾ ਦਾ ਅਨੁਭਵ ਕਰ ਲੈਂਦਾ, ਕਹਿੰਦੇ ਜਿਹੜਾ ਉਹਦਾ ਇਹ ਅਨੁਭਵ ਆ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਉਸ ਉੱਚੀ ਸੁਰਤ ਨੂੰ ਕੋਈ ਹੇਠਾਂ ਨਹੀਂ ਸੁੱਟ ਸਕਦਾ। ਜਦੋਂ ਇੱਕ ਵਾਰ ਉਹ ਪਰਮਾਤਮਾ ਦੇ ਵਿੱਚ ਕਿਸੇ ਦੀ ਸੁਰਤ ਜੁੜ ਗਈ ਨਾ, ਫਿਰ ਉਹ ਕਹਿੰਦੇ ਵੀ ਉਹਨੂੰ ਖਤਮ ਨਹੀਂ ਕਰ ਸਕਦਾ ਇਸ ਅਵਸਥਾ ਨੂੰ ਕੋਈ ਜੀਵ ਦੂਜੇ ਜੀਵ ਦੀ। ਕੱਕਾ ਕਿਰਨ ਕਮਲ ਮਹਿ ਪਾਵਾ, ਸਸ ਵਿਗਾਸ ਸੰਪਟ ਨਹੀਂ ਆਵਾ। ਅਰਜੇ ਤਹਾਂ ਕੁਸਮ ਰਸ ਪਾਵਾ, ਅਕਹਿ ਕਹਾਂ ਕਹਿ ਕਾ ਸਮਝਾਵਾ। ਫਿਰ ਕਹਿੰਦੇ ਵੀ ਪਰਮਾਤਮਾ ਦੇ ਗਿਆਨ ਰੂਪੀ ਸੂਰਜ ਦੀ ਕਹਿੰਦੇ ਕਿਰਨ ਜਿਹੜੇ ਮੇਰੀ ਹਿਰਦੇ ਕਮਲ 'ਤੇ ਪੈ ਗਈ, ਕਹਿੰਦੇ ਫਿਰ ਉਹਨੂੰ ਸੰਸਾਰ ਦੀ ਜਿਹੜੀ ਮਾਇਆ ਰੂਪੀ ਚੰਦਰਮਾ ਦਾ ਵਿਕਾਸ ਆ, ਕਹਿੰਦੇ ਉਹਦੇ ਨਾਲ ਫਿਰ ਕਹਿੰਦੇ ਉਹ ਜਿਹੜਾ ਖਿੜਿਆ ਹੋਇਆ ਹਿਰਦਾ ਉਹ ਬੰਦ ਨਹੀਂ ਹੁੰਦਾ। ਫਿਰ ਕਹਿੰਦੇ ਜਿਹੜਾ ਉਹ ਖਿੜਿਆ ਹੋਇਆ ਮੇਰਾ ਹਿਰਦਾ ਰੂਪੀ ਫੁੱਲ ਆ ਕਮਲ ਦਾ, ਕਹਿੰਦੇ ਫਿਰ ਜੇ ਮੈਂ ਉਹਦਾ ਆਨੰਦ ਮਾਣ ਲੈਂਦਾ, ਪਰ ਕਹਿੰਦੇ ਇਹਦਾ ਜਿਹੜਾ ਆਨੰਦ ਆ ਮੈਂ ਉਹ ਕਿਸੇ ਨੂੰ ਸਮਝਾ ਨਹੀਂ ਸਕਦਾ। ਜੋ ਪਰਮਾਤਮਾ ਦੇ ਅਨੁਭਵ ਦਾ ਹਿਰਦੇ ਦੇ ਵਿੱਚ ਆਨੰਦ ਆਇਆ, ਉਹ ਆਨੰਦ ਮੈਂ ਕਿਸੇ ਨੂੰ ਕਹਿੰਦੇ ਸਮਝਾ ਨਹੀਂ ਸਕਦਾ। ਖੱਖਾ ਇਹ ਖੋੜ ਮਨ ਆਵਾ, ਖੋੜੈ ਛਾੜ ਨ ਦਹਿ ਦਿਸ ਤਾਵਾ। ਕਹਿੰਦੇ ਫਿਰ ਮੇਰਾ ਜਿਹੜਾ ਉਹ ਹਿਰਦਾ ਖਿੜਿਆ ਹੋਇਆ, ਕਹਿੰਦੇ ਉਹਦਾ ਨਿਵਾਸ ਨਿਜ ਦੇ ਘਰ ਵਿੱਚ ਹੋ ਜਾਂਦਾ। ਫਿਰ ਕਹਿੰਦੇ ਉਹ ਨਿਜ ਦਾ ਘਰ ਛੱਡ ਕੇ ਮੇਰਾ ਮਨ 10 ਦਿਸ਼ਾ 'ਚ ਨਹੀਂ ਭੱਜਦਾ ਹੈਗਾ। ਖਸਮੈ ਜਾਣ ਖਿਮਾ ਕਰ ਰਹੇ, ਤੋ ਹੋਏ ਨਿਖਿਓ ਅਖੈ ਪਦ ਲਹੇ। ਕਹਿੰਦੇ ਫਿਰ ਜਿਹੜਾ ਜੀਵ ਪਰਮਾਤਮਾ ਦਾ ਅਨੁਭਵ ਕਰ ਲੈਂਦਾ, ਪਰਮਾਤਮਾ ਨਾਲ ਜਾਣ ਪਛਾਣ ਕਰ ਲੈਂਦਾ, ਫਿਰ ਕਹਿੰਦੇ ਉਹ ਬੜੀ ਨਿਮਰਤਾ ਵਿੱਚ ਖਿਮਾ ਵਾਲੇ ਸੁਭਾਅ ਵਿੱਚ ਹੋ ਕੇ ਰਹਿੰਦਾ ਹੈ। ਕਹਿੰਦੇ ਫਿਰ ਉਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਉਹ ਕਹਿੰਦੇ ਵੀ ਪਰਮਾਤਮਾ ਦੇ ਨਾਮ ਵਿੱਚ ਉਹਦੀ ਸਮਾਈ ਹੋ ਜਾਂਦੀ ਆ। ਫਿਰ ਉਹ ਬੜੇ ਉੱਚੇ ਮੰਡਲਾਂ ਦੇ ਵਿੱਚ ਰਹਿੰਦਾ। ਉਸ ਤਰ੍ਹਾਂ ਦਾ ਕਹਿੰਦੇ ਉਹ ਜਿਸ ਤਰ੍ਹਾਂ ਪਰਮਾਤਮਾ ਅਵਿਨਾਸ਼ੀ ਆ, ਉਹਦੇ ਵਿੱਚ ਅਭੇਦ ਹੋ ਕੇ ਉਸ ਤਰ੍ਹਾਂ ਦੀ ਕਹਿੰਦੇ ਉਹਦੀ ਸਥਿਤੀ ਹੋ ਜਾਂਦੀ ਆ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕਾਨਾ। ਕਹਿੰਦੇ ਜਿਹੜਾ ਜੀਵ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲੈਂਦਾ, ਫਿਰ ਕਹਿੰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਦੂਜੀਆਂ ਗੱਲਾਂ ਵੱਲ ਕੰਨ ਨਹੀਂ ਕਰਦਾ ਹੈਗਾ। ਰਹੇ ਬਿਹੰਗਮ ਕਤੇ ਨ ਜਾਈ, ਅਗਹਿ ਗਹੇ ਗਹਿ ਗਗਨ ਰਹਾਈ।
ਫਿਰ ਕਹਿੰਦੇ ਉਹ ਜਿਹੜਾ ਜੀਵ ਆ ਪਰਮਾਤਮਾ ਦਾ ਅਨੁਭਵ ਜਿਹਨੂੰ ਹੋ ਗਿਆ, ਉਹ ਕਹਿੰਦੇ ਫਿਰ ਦੁਨੀਆ ਵੱਲੋਂ, ਮਾਇਆ ਵੱਲੋਂ ਬੈਰਾਗ 'ਚ ਰਹਿੰਦਾ ਹੈ। ਉਹ ਕਹਿੰਦੇ ਉਸ ਪਰਮਾਤਮਾ ਨੂੰ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੈਗੀ, ਉਹਦੇ ਤੱਕ ਉਹਦੀ ਪਹੁੰਚ ਹੋ ਜਾਂਦੀ ਆ ਅਨੁਭਵਤਾ ਨਾਲ। ਫਿਰ ਕਹਿੰਦੇ ਉਹ ਉੱਚੇ ਮੰਡਲਾਂ ਵਿੱਚ, ਉੱਚੀ ਸੁਰਤ ਦੇ ਵਿੱਚ ਰਹਿੰਦਾ ਹੈ। ਵਾਹਿਗੁਰੂ ਜੀ। ਜਿਸ ਤਰ੍ਹਾਂ ਕਹਿੰਦੇ ਜੀਵ ਹੁੰਦੇ ਨੇ ਨਾ ਪੰਛੀ, ਉਹ ਆਪਣਾ ਚੋਗਾ ਚੁਗਦੇ ਨੇ, ਫਿਰ ਅਸਮਾਨ ਦੇ ਵਿੱਚ ਬੜੇ ਆਨੰਦ ਨਾਲ ਰਹਿੰਦੇ ਨੇ। ਇਸ ਤਰ੍ਹਾਂ ਹੀ ਇਹ ਜੀਵ ਕਹਿੰਦੇ ਜਿਹਨੇ ਪਰਮਾਤਮਾ ਦਾ ਅਨੁਭਵ ਕਰ ਲਿਆ, ਇਸ ਤਰ੍ਹਾਂ ਕਹਿੰਦੇ ਉੱਚੇ ਮੰਡਲਾਂ 'ਚ ਰਹਿੰਦਾ। ਫਿਰ ਸੁਰਤ ਤੌਰ 'ਤੇ ਉਹਦੀ ਸੁਰਤ ਮਤਲਬ ਉੱਚੇ ਮੰਡਲਾਂ 'ਚ ਟਿਕਦੀ ਆ। ਘੱਗਾ ਘਟ ਘਟ ਨਿਮਸੈ ਸੋਈ, ਘਟ ਫੂਟੈ ਘਟ ਕਭੈ ਨ ਹੋਈ। ਕਹਿੰਦੇ ਪਰਮਾਤਮਾ ਹਰ ਇੱਕ ਸਰੀਰ ਵਿੱਚ ਸਮਾਇਆ ਹੋਇਆ, ਪਰ ਕਹਿੰਦੇ ਜਦੋਂ ਇੱਕ ਸਰੀਰ ਦਾ ਅੰਤ ਹੋ ਜਾਂਦਾ, ਉਹ ਸਰੀਰ ਦੇ ਅੰਤ ਦਾ ਹੋਣ ਦੇ ਨਾਲ ਪਰਮਾਤਮਾ 'ਚ ਕੋਈ ਘਾਟ ਨਹੀਂ ਆਉਂਦੀ, ਕਿਉਂਕਿ ਉਹ ਹਰ ਇੱਕ ਘਟ 'ਚ ਸਮਾਇਆ ਹੋਇਆ। ਵੀ ਸ਼ਾਇਦ ਕੋਈ ਘਾਟ ਆ ਗਈ, ਕੋਈ ਕਮੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਤਾਂ ਘਟ ਮਾਹੇ ਘਾਟ ਜੋ ਪਾਵਾ, ਸੋ ਘਟ ਛਾੜ ਅਵਕਟ ਕਤ ਤਾਵਾ। ਕਹਿੰਦੇ ਜਿਸ ਜੀਵ ਨੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਉਹ ਪੱਤਣ ਲੱਭ ਲਿਆ ਜਿੱਥੇ ਪਰਮਾਤਮਾ, ਕਹਿੰਦੇ ਫਿਰ ਉਸ ਨੂੰ ਛੱਡ ਕੇ ਉਹ ਕਹਿੰਦੇ ਹੋਰ ਕਿਸੇ ਛੋਟੀਆਂ ਜਗ੍ਹਾ 'ਤੇ ਭੱਜਦਾ ਨਹੀਂ ਫਿਰੂਗਾ। ਉਹ ਆਪਣੇ ਹਿਰਦੇ ਵਿੱਚ ਟਿਕ ਜੂਗਾ ਪਰਮਾਤਮਾ ਦਾ ਅਨੁਭਵ ਕਰਕੇ। ਯਈਆਂ ਨਿਗਰੈ ਸਨੇਹ ਕਰ, ਨਿਰਵਾਰੋ ਸੰਦੇਹ, ਨਾਹੀ ਦੇਖ ਨ ਪਾਜੀਐ, ਪਰਮ ਸਿਆਨਪ ਇਹ। ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਕਿਸੇ ਦਾ ਸਨੇਹ ਹੋ ਜਾਂਦਾ, ਕਹਿੰਦੇ ਉਹਦੇ ਜਿਹੜੇ ਅੰਦਰ ਹੁੰਦਾ ਸਾਰਾ, ਕਹੀਏ ਕਿ ਮਤਲਬ ਸਿਦਕਹੀਣਤਾ ਨਹੀਂ ਉਹਦੇ 'ਚ ਆਉਂਦੀ, ਉਹਨੂੰ ਸਿਦਕ ਹੋ ਜਾਂਦਾ ਪਰਮਾਤਮਾ 'ਤੇ। ਫਿਰ ਉਹ ਆਪਣੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖਦਾ ਹੈ। ਫਿਰ ਕਹਿੰਦੇ ਉਹਨੂੰ ਇਹ ਨਹੀਂ ਹੁੰਦਾ ਕਿ ਤ੍ਰਿਸ਼ਨਾ ਵਾਸ਼ਨਾ ਦੇ ਵਿੱਚ, ਜਿਹੜੀਆਂ ਸੰਸਾਰ ਦੀਆਂ ਆਸਾ ਤ੍ਰਿਸ਼ਨਾ ਨੇ, ਫਿਰ ਉਹਦੇ ਵਿੱਚ ਨਹੀਂ ਉਹ ਭੱਜਦਾ। ਇਹ ਉਹਦੀ ਵੱਡੀ ਸਿਆਣਪ ਹੁੰਦੀ ਆ, ਉਹ ਆਪਣੇ ਅੰਦਰ ਟਿਕ ਜਾਂਦਾ। ਚੱਚਾ ਰਚਿਤ ਚਿੱਤਰ ਹੈ ਪਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਇਹ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿਤ ਰਾਖ ਚਿਤੇਰਾ। ਕਹਿੰਦੇ ਜਿਹੇ ਜਿਹੜਾ ਸੰਸਾਰ ਆ, ਇਹ ਪਰਮਾਤਮਾ ਨੇ ਇੱਕ ਬਹੁਤ ਵੱਡੀ ਮਨ ਨੂੰ ਖਿੱਚਣ ਵਾਲੀ, ਮਨ ਨੂੰ ਟੁੰਬਣ ਵਾਲੀ ਤਸਵੀਰ ਬਣਾਈ ਆ। ਪਰ ਕਹਿੰਦੇ ਇਸ ਤਸਵੀਰ ਨੂੰ ਛੱਡ ਕੇ ਉਹਦੇ ਨਾਲ ਮੋਹ ਪਾਓ ਜਿਹਨੇ ਇਹ ਤਸਵੀਰ ਬਣਾਈ ਆ। ਕਹਿੰਦੇ ਇਹ ਸੰਸਾਰ ਦੀ ਜਿਹੜੀ ਤਸਵੀਰ ਆ ਬੜੀ ਅਚਰਜਮੈ ਹੈ, ਜੀਵ ਦਾ ਮਨ ਮੋਹਦੀ ਹੈ। ਪਰ ਕਹਿੰਦੇ ਇਹ ਜਿਹੜੀ ਮਾਇਆ ਮੋਹਣੀ ਹੈ, ਇਹਨੂੰ ਛੱਡ ਕੇ ਇਹਨੂੰ ਬਣਾਉਣ ਵਾਲੇ ਚਿੱਤਰਕਾਰ ਪਰਮਾਤਮਾ ਨਾਲ ਪਿਆਰ ਪਾਓ। ਛੱਛਾ ਇਹ ਛਤਰਪਤ ਪਾਸਾ, ਛਕ ਕੇ ਨ ਰਹੋ ਛਾੜ ਕੇ ਨ ਆਸਾ। ਕਹਿੰਦੇ ਆਸਾ ਤ੍ਰਿਸ਼ਨਾ ਛੱਡ ਕੇ ਉਹ ਛਤਰਪਤੀ ਜੋ ਪਰਮਾਤਮਾ, ਉਹਦੇ ਵਾਲਾ ਪਾਸਾ ਚੁਣੋ, ਉਹਦੀ ਭਗਤੀ ਵਾਲਾ ਪਾਸਾ ਚੁਣੋ, ਉਹਦੇ ਪਾਸੇ ਰਹੋ। ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ, ਤਾਹੇ ਛਾੜ ਕਤ ਆਪ ਬਧਾਵਾ। ਕਹਿੰਦੇ ਹੇ ਮੇਰੇ ਮਨ, ਮੈਂ ਤੈਨੂੰ ਛਿਨ ਛਿਨ ਪਲ ਪਲ ਸਮਝਾਉਂਦਾ ਵੀ ਤੂੰ ਕਿਉਂ ਪਰਮਾਤਮਾ ਨੂੰ ਦਾ ਵਾਲਾ ਪਾਸਾ ਛੱਡ ਕੇ ਆਪਣੇ ਆਪ ਨੂੰ ਮਾਇਆ ਦੇ ਬੰਧਨ ਵਿੱਚ ਪਾ ਰਿਹਾ। ਜੱਜਾ ਜੋ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਕਹਿੰਦੇ ਜੋ ਜੀਵ ਆਪਣੇ ਤਨ ਦੀਆਂ, ਮਨ ਦੀਆਂ ਕਹਿੰਦੇ ਡੋਰਾਂ ਨੂੰ ਸੰਭਾਲ ਕੇ ਰੱਖਦਾ ਹੈ, ਆਪਣੀ ਜਿਹੜੀ ਇੱਛਾ ਵਾਸਨਾ ਨੂੰ ਸਾੜ ਲੈਂਦਾ ਹੈ, ਕਹਿੰਦੇ ਉਹ ਆਪਣੇ ਜਿਹੜੇ ਜਵਾਨੀ ਦਾ ਮਦ ਹੁੰਦਾ ਉਹਨੂੰ ਨਹੀਂ ਪੀਂਦਾ, ਉਹਨੂੰ ਸਾੜ ਕੇ ਕਹਿੰਦੇ ਜੀਵਨ ਦੀ ਅਸਲੀਅਤ ਕੀ ਆ ਉਹਨੂੰ ਸਮਝ ਲੈਂਦਾ ਹੈ। ਅਸ ਜਰ ਪਰ ਜਰ ਜਰ ਜਬ ਰਹੇ, ਤਬ ਜਾਏ ਜੋਤ ਉਜਾਰੋ ਲਹੇ। ਕਹਿੰਦੇ ਜਿਹੜਾ ਜੀਵ
ਆਪਣੇ ਧਨ ਦਾ ਹੰਕਾਰ, ਪਰਾਈ ਦੌਲਤ ਦੀ ਆਸ, ਇਹ ਛੱਡ ਕੇ ਰਹਿੰਦਾ ਹੈ। ਕਹਿੰਦੇ ਉਹ ਫਿਰ ਪਰਮਾਤਮਾ ਦੀ ਜੋ ਰੱਬੀ ਜੋਤ ਹੈ ਉਹਦੇ ਅੰਦਰ ਉਹਦਾ ਪ੍ਰਕਾਸ਼ ਮਾਣ ਲੈਂਦਾ ਹੈ। ਝੱਜਾ ਉਰਜ ਸੂਰਜ ਨਹੀਂ ਜਾਣਾ, ਰਹਿਓ ਝਜਕ ਨਾਹੀਂ ਪਰਵਾਨਾ। ਕਹਿੰਦੇ ਜਿਹੜਾ ਜੀਵ ਮਾਇਆ ਦੇ ਵਿੱਚ ਉਲਝ ਗਿਆ, ਉਹਦੇ ਵਿੱਚੋਂ ਉਹਨੂੰ ਨਿਕਲਣਾ ਨਹੀਂ ਸਿੱਖਿਆ, ਫਿਰ ਕਹਿੰਦੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਹੁੰਦਾ ਹੈਗਾ, ਉਹ ਮਾਇਆ ਵਿੱਚ ਹੀ ਉਲਝਿਆ ਰਹਿੰਦਾ। ਕਤ ਝਖ ਝਖ ਔਰਨ ਸਮਝਾਵਾ, ਝਗਰ ਕੀਐ ਝਗਰੋ ਹੀ ਪਾਵਾ। ਕਹਿੰਦੇ ਜਿਹੜੇ ਜੀਵ ਸਿਰਫ ਦੂਜਿਆਂ ਨੂੰ ਮੱਤਾਂ ਦੇਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਕਹਿੰਦੇ ਚਰਚਾਵਾਂ ਦੇ ਵਿੱਚ ਆਪਣਾ ਜੀਵਨ ਮਤਲਬ ਵਿਅਸਤ ਕਰ ਲੈਂਦੇ ਨੇ, ਸਿਰਫ ਦੂਜਿਆਂ ਨੂੰ ਸਮਝਾਉਣ ਦੇ ਲਈ ਚਰਚਾ ਵਿਚਾਰ ਕਰਦੇ ਨੇ, ਬਸ ਫਿਰ ਕਹਿੰਦੇ ਉਹ ਚਰਚਾ ਵਿਚਾਰ ਕਰਦਿਆਂ ਕਰਦਿਆਂ ਇੱਕ ਚਰਚਾ ਹੀ ਬਣ ਕੇ ਰਹਿ ਜਾਂਦੇ ਨੇ। ਉਹ ਇਸ ਜੀਵਨ ਦੀ ਅਸਲੀਅਤ ਨੂੰ ਸਮਝ ਨਹੀਂ ਸਕਦੇ, ਉਹ ਪਰਮਾਤਮਾ ਦੇ ਨੇੜੇ ਹੋ ਨਹੀਂ ਸਕਦੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਨਹੀਂ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।